ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਭੁਪਿੰਦਰ ਸਿੰਘ ਮਲਿਕ। ਹੁਣ ਪੇਸ਼ ਨੇ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਰਾਸ਼ਟਰੀ ਗੰਗਾ ਪਰਿਸ਼ਦ ਦੀ ਬੈਠਕ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਨਮਾਮੀ ਗੰਗੇ ਮੁਹਿੰਮ ਨੂੰ ਮਜ਼ਬੂਤ ਕਰਨ ਦਾ ਦੱਸਿਆ ਇੱਕ ਅਹਿਮ ਮੌਕਾ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਨੇ ਸਹਿਕਾਰਤਾ ਵਿਭਾਗ ਦੇ ਸਮਾਗਮ ਵਿੱਚ ਲਿਆ ਹਿੱਸਾ। ਕਿਹਾ ਕਿ ਅਗਲੇ 3 ਸਾਲਾਂ ਵਿੱਚ ਪੰਚਾਇਤ ਪੱਧਰ ਤੇ ਬਣਾਈਆਂ ਜਾਣਗੀਆਂ 2 ਲੱਖ ਸਹਿਕਾਰੀ ਸਭਾਵਾਂ। ਅਤੇ ਵਧ ਰਹੀ ਠੰਡ ਦੇ ਕਾਰਨ ਮੌਸਮ ਵਿਭਾਗ ਨੇ ਦੱਸੀ ਭਾਰਤ ਦੇ ਉੱਤਰ ਪੱਛਮੀ ਹਿੱਸਿਆਂ ਵਿੱਚ ਕੱਲ੍ਹ ਤੋਂ 5 ਦਿਨਾਂ ਤੱਕ ਸੀਤ ਲਹਿਰ ਵਗਣ ਦੀ ਸੰਭਾਵਨਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਰਾਸ਼ਟਰੀ ਗੰਗਾ ਪਰਿਸ਼ਦ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਹੈ। ਵਰਚੁਅਲ ਤਰੀਕੇ ਨਾਲ ਇਸ ਬੈਠਕ ਦੀ ਅਗਵਾਈ ਕਰਨ ਦੇ ਦੂਜੇ ਦਿਨ ਅੱਜ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਕਰਦਿਆਂ ਲਿਖਿਆ ਹੈ ਕਿ ਨਮਾਮੀ ਗੰਗੇ ਮੁਹਿੰਮ ਨੂੰ ਮਜ਼ਬੂਤ ਕਰਨ ਦਾ ਇਹ ਇੱਕ ਅਹਿਮ ਮੌਕਾ ਸੀ। ਉਨ੍ਹਾਂ ਲਿਖਿਆ ਹੈ ਕਿ ਇਸ ਬੈਠਕ 'ਚ ਉਨ੍ਹਾਂ ਨੇ ਛੋਟੇ ਸ਼ਹਿਰਾਂ ਵਿੱਚ ਵਾਟਰ ਟਰੀਟਮੈਂਟ ਪਲਾਂਟਾਂ ਦਾ ਵਿਸਤਾਰ ਕਰਨ ਸਮੇਤ ਸਵੱਛਤਾ ਦਾ ਘੇਰਾ ਵਧਾਉਣ ਦੇ ਤਰੀਕਿਆਂ ਤੇ ਚਰਚਾ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਗੰਗਾ ਨਦੀ ਦੇ ਕਿਨਾਰੇ ਵੱਖ-ਵੱਖ ਕਿਸਮਾਂ ਦੀਆਂ ਜੜੀ ਬੂਟੀਆਂ ਦੀ ਖੇਤੀ ਦੀ ਉਤਪਾਦਕਤਾ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਦਰਿਆਈ ਸੈਰ ਸਪਾਟੇ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਬਹੁਤ ਸਾਰੇ ਲੋਕਾਂ ਨੂੰ ਰੋਜ਼ੀ ਰੋਟੀ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਬੈਂਗਲੁਰੂ ਵਿੱਚ ਸਹਿਕਾਰਤਾ ਵਿਭਾਗ ਦੇ ਇੱਕ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਗਲੇ 3 ਸਾਲਾਂ ਵਿੱਚ ਪੰਚਾਇਤ ਪੱਧਰ ਤੇ 2 ਲੱਖ ਸਹਿਕਾਰੀ ਸਭਾਵਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿੱਚ ਸਹਿਕਾਰੀ ਸਭਾਵਾਂ ਨੂੰ 3 ਗੁਣਾ ਕਰਨ ਵਿੱਚ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੀ ਭੂਮਿਕਾ ਬਹੁਪੱਖੀ ਹੋਵੇਗੀ ਅਤੇ ਇਹ ਸਭਾਵਾਂ ਦੁੱਧ ਦੀ ਵੰਡ, ਸਟੋਰੇਜ, ਮੱਛੀ ਪਾਲਣ, ਪਾਣੀ ਅਤੇ ਗੈਸ ਸਪਲਾਈ ਨਾਲ जुड़ियां होंगियां। अब सहकारी समिति होगी, एक ही सहकारी समिति बनेगी जो मल्टी डायमेंशनल होगी, बहुउद्देशीय होगी और वो कोऑपरेटिव पैक्स का भी काम करेगी, डेयरी का भी काम करेगी, मत्स्य उत्पादन का भी काम करेगी, स्टोरेज का भी काम करेगी, पीसीओ का भी काम करेगी, जल वितरण का भी काम करेगी और गैस डिस्ट्रीब्यूशन का भी काम करेगी। ਸਹਿਕਾਰਤਾ ਮੰਤਰਾਲੇ ਦੀਆਂ ਗਤੀਵਿਧੀਆਂ ਦਾ ਜ਼ਿਕਰ ਕਰਦੇ ਹੋਏ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਉਤਪਾਦਾਂ ਦੇ ਨਿਰਯਾਤ ਲਈ ਇੱਕ ਬਹੁਪੱਖੀ ਰਾਜੀ ਸਹਿਕਾਰੀ ਸੰਸਥਾ ਦੀ ਸਥਾਪਨਾ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਬੀਜ ਉਤਪਾਦਨ ਅਤੇ ਨਿਰਯਾਤ ਤੇ ਵੀ ਧਿਆਨ ਦੇਵੇਗੀ। अगर सहकारी समिति न होती तो क्या हम कल्पना कर सकते हैं कितनी सारी महिलाओं को दूध की कीमत का पूरा दाम हर रोज 28 करोड़ रुपया 23 लाख लोगों को चेक के माध्यम से इनके बैंक अकाउंट के अंदर डीबीटी के माध्यम से ट्रांसफर हो सके। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਹਿਕਾਰਤਾ ਸੈਕਟਰ ਦੀਆਂ ਲੋੜਾਂ ਅਨੁਸਾਰ ਸਿਖਲਾਈ ਦੇਣ ਲਈ ਇੱਕ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਵੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੀਆਂ ਸਹਿਕਾਰੀ ਸਭਾਵਾਂ ਦਾ ਡਾਟਾਬੇਸ ਅਤੇ ਨਵੀਂ ਸਹਿਕਾਰੀ ਨੀਤੀ ਵੀ ਬਣਾਈ ਗਈ ਹੈ। ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੀ ਯੂਰਪ ਯਾਤਰਾ ਦੌਰਾਨ ਸਾਈਪਰਸ ਦੇ ਲੀਮਾਸੋਲ ਵਿੱਚ ਉਦਯੋਗ ਭਾਈਚਾਰੇ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਦੇਸ਼ ਭਾਰਤ ਵਿੱਚ ਨਿਵੇਸ਼ ਕਰਨ ਦੇ ਇੱਛੁਕ ਨੇ ਅਤੇ ਮੌਜੂਦਾ ਕੇਂਦਰ ਸਰਕਾਰ ਦੇ ਆਰਥਿਕ ਸੁਧਾਰਾਂ ਅਤੇ ਵਪਾਰਕ ਨੀਤੀਆਂ ਨੂੰ ਭਾਰਤ ਨੂੰ ਸਿੱਧੇ ਵਿਦੇਸ਼ੀ ਨਿਵੇਸ਼ ਲਈ ਇੱਕ ਮਜ਼ਬੂਤ ਮੰਜ਼ਿਲ ਬਣਾਉਣ ਵਿੱਚ ਯੋਗਦਾਨ ਪਾਇਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਾਈਪਰਸ ਨੂੰ ਅੱਗੇ ਵਧਣ ਲਈ ਵਿੱਤ, ਜਹਾਜ਼ਰਾਨੀ, ਸੈਰ ਸਪਾਟਾ ਅਤੇ ਗਿਆਨ ਵਰਗੇ ਖੇਤਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੈਕਟਰ ਭਾਰਤ ਵਿੱਚ ਆਪਣਾ ਭਵਿੱਖ ਦੇਖਣਗੇ। ਕੋਰੋਨਾ ਮਹਾਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੇਂਦਰ ਸਰਕਾਰ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਅਤੇ ਸਰਕਾਰ ਇਸ ਪਾਸੇ ਚੌਕਸੀ ਨਾਲ ਧਿਆਨ ਦੇ ਰਹੀ ਹੈ। ਇਸ ਦਰਮਿਆਨ ਹੀ ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ XBB 1.5 ਦੇ ਪਹਿਲੇ ਮਰੀਜ਼ ਦੀ ਤਸਦੀਕ ਗੁਜਰਾਤ ਵਿੱਚ ਹੋਈ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਕੱਲ੍ਹ ਦੇਸ਼ ਵਿੱਚ ਕੋਰੋਨਾ ਦੇ 226 ਨਵੇਂ ਮਾਮਲੇ ਪਾਏ ਗਏ। ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 220 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਉਧਰ ਚੰਡੀਗੜ੍ਹ ਵਿੱਚ ਵੀ ਸ਼ੁੱਕਰਵਾਰ ਨੂੰ 362 ਸੈਂਪਲ ਚੈੱਕ ਕੀਤੇ ਗਏ, ਜਿਨ੍ਹਾਂ ਵਿੱਚ ਕੋਰੋਨਾ ਦਾ ਇੱਕ ਕੇਸ ਪੋਜ਼ਿਟਿਵ ਪਾਇਆ ਗਿਆ ਤੇ ਇਸ ਵੇਲੇ ਸ਼ਹਿਰ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 6 ਰਹਿ ਗਈ ਹੈ। ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਛੇਤੀ ਹੱਲ ਕਰਨ ਦੀ ਸਹੂਲਤ ਦੇਣ ਲਈ ਸੂਬੇ ਵਿੱਚ ਜਲਦ ਹੀ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ।
इस गल की जानकारी पंजाब के प्रवासी भारती मामलों बारे मंत्री कुलदीप सिंह धालीवाल ने दी है। कल अमृतसर विच गुरु नानक देव यूनिवर्सिटी के गोल्डन जुबली कन्वेंशन सेंटर विखे होए 5वें मिलनी समागम विच बोलदिआं उन्हां कहा कि सरकार प्रवासियों दी शिकायतों का तुरंत निपटारा करने लई वचनबद्ध है। उन्होंने दस्सिया कि फास्ट ट्रैक अदालतां प्रवासी भारतीयों के सिविल केसां नाल संबंधित मुद्दों के तेज़ी नाल निपटारे लई समर्पित होकर काम करनगियां। उन्होंने प्रवासी पंजाबियों वालों पिंडां अते शहरां के विकास विच पाए जा रहे योगदान की भी शलाघा की। पंजाब नूं साफ हरिया भरिया ते प्रदूषण मुक्त बनाउण दे मकसद नाल ट्रांसपोर्ट विभाग वालों नवीं इलैक्ट्रिक वाहन नीति का खरड़ा तैयार किया गया। इस बारे विस्तारपूर्वक दसदिआं पंजाब के ट्रांसपोर्ट मंत्री लालजीत सिंह भुल्लर ने कहा कि इस खरड़ा नीति विच सूबे च इलैक्ट्रिक वाहनों की चोण करने वाले लोगों लई नगद रियायतां की व्यवस्था भी की गई है। उन्होंने जानकारी दी कि पिछले वरे नालों 25% ज़्यादा इलैक्ट्रिक वाहनों की रजिस्ट्रेशन ते विचार वाले इस नीति खरड़े नूं मुख्यमंत्री भगवंत मान वालों प्रवानगी दी गई है। उन्होंने दस्सिया कि खरड़ा नीति अनुसार सूबे भर में इलैक्ट्रिक वाहनों के पहले 1 लाख खरीददारों नूं 10,000 रुपये तक की वित्तीय रियायत भी मिलेगी। हरियाणा के मुख सकत्तर संजीव कौशल ने कल UIDAI के ਵੱਖ-ਵੱਖ अधिकारियों नाल एक महत्वपूर्ण बैठक की है। इस मौके उन्होंने कहा कि आधार कार्ड की प्रमाणिकता जां आधार कार्ड विच गलत जानकारी की जांच करने लई पुलिस कर्मचारियों नूं सिखलाई दी जाएगी। उन्होंने जानकारी दी कि इस बारे जागरूकता पैदा करने लई अगले 1 महीने विच राज के सारे जिलों में विशेष वर्कशापां करवाईयां जाणगियां। इन्हां वर्कशापां विच जिला डिप्टी कमिश्नरां, पुलिस सुपरडेंटां जां उन्हां दे नुमाइंदिआं नूं UIDAI दे माहिरां वल्लों आधार कार्ड की प्रमाणिकता की तस्दीक करने लई सिखलाई दी जाएगी। इस मौके उन्हां सूबा वासियों नूं अपना आधार अपडेट करवाउण की अपील भी की है। उन्होंने दस्सिया कि आधार कार्ड की प्रमाणिकता की जांच आधार कार्ड ते प्रिंट किए QR कोड नूं स्कैन करके की जा सकती है। हरियाणा के मुख सकत्तर संजीव कौशल ने विभागों के प्रशासनिक सकत्तरां नूं निर्देश दिंदिआं सारे नागरिकों अते वपारक हिस्सेदारां लई मौजूद सहूलतां तक पहुँच नूं यकीनी बनाउण लई कहा। उन्होंने कहा कि इस नाल राज भर विच कारोबार करन च सौख होवेगी अते वपार पक्षी माहौल सिरजिआ जा सकेगा। उन्होंने प्रशासनिक सकत्तरां नूं भी हदायत की कि नागरिकों अते वपारक हिस्सेदारां दीआं बकाया पईआं शिकायतां दा जल्दी तो जल्दी निपटारा किया जाए। इस नाल ही उन्होंने जानकारी दी कि हरियाणा निवेश के सब तो पसंदीदा स्थान वजों अपनी पछाण बनाई रखने के योग होया है। उन्होंने कहा कि उन्होंने उम्मीद है कि हरियाणा इस साल भी कारोबार करने की सौख विच अपना शानदार प्रदर्शन जारी रखेगा। भारतीय यूनीक पछाण अथॉरिटी यानी कि UIDAI ने भारतीय नागरिकों को आधार नाल जुड़ी कोई भी जानकारी सोशल मीडिया और होर जनतक प्लेटफॉर्म पर साझी करने की सलाह दी है। इलैक्ट्रॉनिक्स और सूचना तकनोलॉजी मंत्रालय ने कहा कि आधार कार्ड धारकों को किसी भी अनअधिकारित इकाई नाल OTP और मोबाइल आधार पिन नूं साझा करने तो गुरेज करना चाहिए है। मंत्रालय ने सेवावां और सहूलतां का लाभ लैण लई आधार की वरतों किसी होर पछाण दस्तावेज़ां वांग गुप्त रूप में करने की सलाह दी है। मंत्रालय ने कहा कि UIDAI आधार लॉकिंग के नाल बायोमैट्रिक लॉकिंग की सहूलत भी प्रदान करता है। जेकर कोई कार्ड धारक लंबे समय लिए आधार की वरतों नहीं करना चाहता तो वह उस समय लिए अपना आधार जां बायोमैट्रिक लॉक कर सकता है। इस तो बाद इसनूं कदे भी अपनी सहूलत अनुसार तुरंत अनलॉक किया जा सकता है। वध रही ठंड के कारण भारत के उत्तर पश्चिमी हिस्सों में कल तो शीत लहर का नवा दौर शुरू होने की संभावना है। मौसम विभाग ने कहा कि अगले 4-5 दिनों दौरान पंजाब, हरियाणा, चंडीगढ़, दिल्ली, हिमाचल प्रदेश, उत्तराखंड, उत्तर प्रदेश और उत्तरी राजस्थान में शीत लहर की संभावना है। इस तो इलावा मैदानी इलाकों में संघना कोहरा पै सकता है। मौसम विभाग का यह भी अंदाज़ा है कि हल्कियां हवावां और गंगा के मैदानों में सतह के नेड़े उच्च नमी के कारण पंजाब, हरियाणा, चंडीगढ़, दिल्ली, उत्तर प्रदेश और उत्तरी राजस्थान के बहुत सारे खेत्रों में संघनी धुंध की संभावना है। तो हुण खबरां फटाफट। देश में प्रधानमंत्री जन औषधि केंद्रों की गिनती 9,000 नूं पार कर गई है। सेहत मंत्री डॉक्टर मनसुख मांडविया ने एक ट्वीट जारी करके कहा है कि जन औषधि केंद्रों की शुरुआत सस्तियां और मियारी दवाइयां मुहैया करवाउण के उद्देश्य नाल की गई सी। केंद्र सरकार ने 1 जनवरी 2023 तो चालू माली साल की चौथी तिमाही लिए ਵੱਖ-ਵੱਖ छोटियां बचत योजनावां की ब्याज दर विच कीता वाधा। इस तहत 5 साला राष्ट्रीय बचत योजना च ब्याज दर 6.8% तो वधा के 7% कर दी गई है। विदेश मंत्री S जयशंकर ने कहा कि भारत साल 2025 तक एक महत्वपूर्ण निर्माण केंद्र वजों उभरेगा और $5 ट्रिलियन की अर्थव्यवस्था भी बन जाएगा। साइप्रस के निकोसिया में होए प्रोग्राम में डॉक्टर जयशंकर ने कहा कि भारत विश्व अर्थव्यवस्था में तेज़ी नाल अगे वध रहा है।
ਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਅਤੇ ਟਵਿੱਟਰ ਹੈਂਡਲ DD ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਹੁਣ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।